ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਪਰਮਾਤਮਾ ਇਸਤਰੀ ਤੋਂ ਪੁਰਖ ਅਤੇ ਪੁਰਖਾਂ ਤੋਂ ਇਸਤਰੀ ਬਣਾ ਦਿੰਦਾ ਹੈ। ਦ੍ਰੋਪਦ ਰਾਜੇ ਦੇ ਘਰ ਇੱਕ ਕੰਨਿਆ ਪੈਦਾ ਹੋਈ, ਪਰੰਤੂ ਰਾਜੇ ਨੇ ਉਸ ਨੂੰ ਪੁੱਤਰ ਸਮਝ ਕੇ ਪਾਲਿਆ ਅਤੇ ਉਸ ਦਾ ਨਾਮ ਸਿਖੰਡੀ ਰੱਖਿਆ। ਕੁਝ ਸਮਾਂ ਪਾ ਕੇ ਜਿਸ ਵੇਲੇ ਵੱਡਾ ਹੋਇਆ ਤਾਂ ਉਸ ਲਈ ਨਾਤਾ ਆ ਗਿਆ। ਰਾਜੇ ਦ੍ਰੁਪਦ ਨੇ ਮੋੜਿਆ ਨਾ, ਪੁੱਤਰ ਕਰਕੇ ਸਿਖੰਡੀ ਦਾ ਵਿਆਹ ਕਰ ਦਿੱਤਾ। ਜਦ ਇਸਤਰੀ ਭਰਤਾ ਦੋਨੋਂ ਇਕੱਠੇ ਹੋਏ ਤਾਂ ਲੜਕੀ ਨੂੰ ਪਤਾ ਲੱਗਿਆ ਕਿ ਜਿਸ ਨਾਲ ਮੇਰਾ ਵਿਆਹ ਹੋਇਆ ਹੈ ਉਹ ਤਾਂ ਅੱਗੇ ਹੀ ਲੜਕੀ ਹੈ। ਉਸਨੇ ਆਪਣੇ ਮਾਪਿਆਂ ਨੂੰ ਆ ਕੇ ਕਿਹਾ ਕਿ ਜਿਸ ਨੂੰ ਤੁਸੀਂ ਲੜਕਾ ਸਮਝ ਕੇ ਮੇਰਾ ਵਿਆਹ ਕੀਤਾ ਹੈ ਉਹ ਲੜਕਾ ਨਹੀਂ, ਲੜਕੀ ਹੈ। ਉਸ ਵੇਲੇ ਲੜਕੀ ਦੇ ਪਿਤਾ ਨੇ ਆਪਣੇ ਜਵਾਈ ਸਿਖੰਡੀ ਦੇ ਸਿਰ ਵੱਢਣ ਦੀ ਯੋਜਨਾ ਬਣਾਈ। ਜਿਸ ਵੇਲੇ ਮਾਰਨ ਨੂੰ ਆਇਆ ਤਾਂ ਸਿਖੰਡੀ ਦੌੜ ਕੇ ਕੁਬੇਰ ਦੇ ਬਾਗ ਵਿੱਚ ਲੁਕ ਗਿਆ। ਸਿਖੰਡੀ ਨੇ ਬਾਗਵਾਨ ਨੂੰ ਆਪਣਾ ਸਾਰਾ ਹਾਲ ਸੁਣਾਇਆ। ਬਾਗਵਾਨ ਨੂੰ ਦਇਆ ਆਈ ਤੇ ਬਾਗਵਾਨ ਨੇ ਆਪਣਾ ਪੁਰਖ ਸਰੂਪ ਸਿਖੰਡੀ ਨੂੰ ਦੇ ਦਿੱਤਾ ਤੇ ਉਸ ਦਾ ਨਾਰੀ ਸਰੂਪ ਆਪ ਲੈ ਲਿਆ। ਸਿਖੰਡੀ ਆਪਣੇ ਘਰ ਆ ਕੇ ਆਪਣੀ ਸੁਪਤਨੀ ਨੂੰ ਬੁਲਾ ਕੇ ਸਹੁਰੇ ਦੀ ਪ੍ਰਸੰਨਤਾ ਨਾਲ ਰਹਿਣ ਲੱਗ ਪਿਆ। ਜਿਸ ਵੇਲੇ ਕੁਬੇਰ ਸੈਰ ਕਰਨ ਵਾਸਤੇ ਬਗੀਚੇ ਵਿੱਚ ਆਇਆ ਤਾਂ ਮਾਲੀ ਅੱਗੋਂ ਉੱਠਿਆ ਨਾ। ਕੁਬੇਰ ਨੇ ਪੁੱਛਿਆ, ਅੱਜ ਕੀ ਗੱਲ ਹੈ? ਅੱਗੇ ਤੂੰ ਹਰ ਰੋਜ਼ ਉੱਠਦਾ ਸੀ, ਅੱਜ ਨਹੀਂ ਉੱਠਿਆ। ਉਸ ਵੇਲੇ ਮਾਲੀ ਨੇ ਆਪਣਾ ਸਾਰਾ ਬਿਰਤਾਂਤ ਸੁਣਾਇਆ ਕਿ ਮੈਂ ਅੱਜ ਇਸਤਰੀ ਰੂਪ ਹੋ ਗਿਆ ਹਾਂ। ਕੁਬੇਰ ਨੇ ਕਿਹਾ, ਚੰਗਾ, ਫਿਰ ਤੂੰ ਇਸਤਰੀ ਬਣਿਆ ਰਹਿ ਤੇ ਸਿਖੰਡੀ ਪੁਰਖ ਬਣਿਆ ਰਹੇ ਤਾਂ ਇਸ ਵਿੱਚ ਤੇਰਾ ਪਰਉਪਕਾਰ ਹੈ। ਵੇਖੋ, ਸਿਖੰਡੀ ਤਾਂ ਨਾਰੀ ਤੋਂ ਪੁਰਖ ਹੋ ਗਿਆ ਤੇ ਬਾਗਵਾਨ ਪੁਰਖ ਤੋਂ ਨਾਰੀ ਹੋ ਗਿਆ। ਇਸੇ ਪ੍ਰਕਾਰ ਇੱਕ ਸਾਖੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਆਉਂਦੀ ਹੈ। ਜਿਸ ਸਮੇਂ ਭੂਮੀਆ ਚੋਰ ਚੋਰੀ ਛੱਡ ਕੇ ਇੱਕ ਮਹਾਤਮਾ ਬਣ ਗਿਆ ਸੀ, ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਸਿੱਖ ਸਮਝ ਕੇ ਇਸ ਦਾ ਪੂਜਣ ਵੀ ਕਰਦੇ ਤੇ ਇਸ ਕੋਲੋਂ ਉਪਦੇਸ਼ ਵੀ ਸੁਣਿਆ ਕਰਦੇ। ਜਿਸ ਰਾਜੇ ਦੇ ਚੋਰੀ ਕਰਕੇ ਧਨ ਪਦਾਰਥ ਲੂਣ ਖਾਣ ਕਰਕੇ ਛੱਡ ਆਇਆ ਸੀ, ਉਸਨੇ ਸੱਚਾ ਨੇਮੀ ਜਾਣ ਕੇ ਆਪਣਾ ਵਜ਼ੀਰ ਬਣਾਇਆ ਸੀ। ਸਾਰੀ ਸਾਖੀ ਆਪ ਜੀ ਪਹਿਲਾਂ ਹੀ ਸਰਵਣ ਕਰ ਚੁੱਕੇ ਹੋ। ਇਸ ਰਾਜੇ ਦੇ ਸੰਤਾਨ ਨਹੀਂ ਸੀ। ਰਾਜੇ ਨੇ ਭਾਈ ਭੂਮੀਏ ਤੋਂ ਸੰਗਤ ਸਮੇਤ ਅਰਦਾਸ ਕਰਵਾਈ ਕਿ ਮੇਰੇ ਘਰ ਲੜਕਾ ਪੈਦਾ ਹੋ ਜਾਏ, ਕਿਉਂਕਿ ਉਸ ਸਮੇਂ ਲੜਕੀਆਂ ਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ ਸਨ। ਲੋਕੀ ਵਿਤਕਰਾ ਕਰਦੇ ਸਨ। ਇਸ ਲਈ ਉਸਨੇ ਪੁੱਤਰ ਹੋਣ ਦੀ ਅਰਦਾਸ ਕਰਵਾਈ। ਸਮਾਂ ਪਾ ਕੇ ਪੁੱਤਰ ਦੇ ਥਾਂ ਪੁੱਤਰੀ ਪੈਦਾ ਹੋ ਗਈ, ਪਰ ਰਾਜੇ ਨੇ ਸਿਦਕ ਨਹੀਂ ਹਾਰਿਆ। ਉਸਨੇ ਪੁੱਤਰ ਸਮਝ ਕੇ ਹੀ ਖੁਸ਼ੀਆਂ ਮਨਾਈਆਂ ਤੇ ਨਾਮ ਵੀ ਸ਼ਹਿਜ਼ਾਦੇ ਵਾਲਾ ਰੱਖਿਆ ਤੇ ਉਸ ਨੂੰ ਬਸਤਰ ਮਰਦਾਂ ਵਾਲੇ ਹੀ ਸ਼ੁਰੂ ਤੋਂ ਪਹਿਨਾਉਂਦੇ ਗਏ। ਜਦੋਂ ਇਹ ਬੱਚਾ ਜਵਾਨ ਹੋਇਆ ਤਾਂ ਕਿਸੇ ਦੂਸਰੇ ਰਾਜੇ ਦੀ ਲੜਕੀ ਨਾਲ ਇਸ ਦੀ ਸਗਾਈ ਹੋ ਗਈ। ਸਮਾਂ ਪਾ ਕੇ ਬਰਾਤ ਚੜ੍ਹੀ। ਉਧਰ ਦੂਜੇ ਪਾਸੇ ਕਿਸੇ ਚੁਗਲਖੋਰ ਨੇ ਚੁਗਲੀ ਕਰ ਦਿੱਤੀ ਕਿ ਤੂੰ ਆਪਣੀ ਬੇਟੀ ਰਾਜੇ ਦੇ ਸ਼ਹਿਜ਼ਾਦੇ ਨਾਲ ਨਹੀਂ ਬਲਕਿ ਸ਼ਹਿਜ਼ਾਦੀ ਨਾਲ ਵਿਆਹੁਣ ਦਾ ਅਨਰਥ ਕਰ ਰਿਹਾ ਹੈ। ਇਹ ਕੰਮ ਅੱਜ ਤੱਕ ਅੱਗੇ ਕਦੀ ਨਹੀਂ ਹੋਇਆ। ਇਹ ਸੁਣ ਕੇ ਧੀ ਵਾਲਾ ਬਾਦਸ਼ਾਹ ਬਹੁਤ ਬੇਚੈਨ ਹੋਇਆ ਅਤੇ ਉਸਨੇ ਆਪਣਾ ਮਨ ਬਣਾਇਆ ਕਿ ਉਸ ਦੀ ਪ੍ਰੀਖਿਆ ਕੀਤੀ ਜਾਵੇਗੀ। ਜੇਕਰ ਲੜਕੀ ਸਾਬਤ ਹੋਈ ਤਾਂ ਰਾਜੇ ਨੂੰ ਝੂਠਾ ਸਾਬਤ ਕਰਕੇ ਬਰਾਤ ਖਾਲੀ ਮੋੜ ਦਿੱਤੀ ਜਾਵੇਗੀ। ਆਪ ਹੀ ਝੂਠ ਬੋਲਣ ਵਾਲਾ ਰਾਜਾ ਪ੍ਰਜਾ ਵਿੱਚ ਸ਼ਰਮਸਾਰ ਹੋਵੇਗਾ ਤੇ ਰਾਜੇ ਨੇ ਇੱਕ ਪ੍ਰੀਖਿਆ ਸੋਚ ਲਈ। ਅਤੇ ਉਧਰ ਦੂਸਰੇ ਪਾਸੇ ਬਰਾਤ ਆਉਂਦਿਆਂ ਇੱਕ ਸ਼ਿਕਾਰ
शहजादे दे अगों निकलिया। आखेड़ बिरत राजन की लीला अनुसार पिता तो आग्या लैके शिकार दे मगर जाना कीता ते शिकार तां किते जंगल विच अलोप हो गया। राजे दी संतान दी शरधा नूं फड़ लाउण लई अंतरजामी श्री गुरु नानक देव जी बैठे होए सन ते उस शहजादियां वाले भेस विच शहजादी ने जदों मत्था टेकिया तां महाराज जी ने बचन किया कि आओ राजकुमार, किवें आए हो। इसे बचन नाल उसदे अंग पतंग मर्दां वाले हो गए। फिर उसने वापस आके अपने पिता जी नूं दस्सिया। फिर उसका पिता भी आया ते उसने श्री गुरु नानक देव जी दे चरण पकड़ लए अते कहा कि महाराज जी, तुसीं मेरी पैज रख लई है। तां गुरु जी ने कहा कि मेरे प्यारे सिख भूमीए अते संगत की कीती अरदास कदे भी व्यर्थ नहीं हो सकती। मेरी तेरे उपर खुशी हुई। राजा बरात लैके जदों लड़की वाले राजे दे महलां विच पहुंचिया तां अगों उसने जो प्रीख्या दा ढंग सोचा होया सी उस दे अनुसार पुत्र वाले राजे नूं बेनती कीती कि साडी कुल दी रीत है कि असीं अपने महलां विच विआउण आए लाड़े नूं बस्त्रां समेत इशनान करवाउंदे हां अते ओह बस्तर असीं अपने कोलों पहना के इशनान तो बाद लाड़े दे बस्त्रां दी यादगार रखदे हां। मलमल दे बरीक बस्तर शहजादे नूं पहना के जदों शहजादे नूं इशनान करवाया तां उसदे मर्द चिन्ह दी शनाखत होई ते औरत चिन्ह छाती दे दुध दे चश्मे नहीं सन। इस करके राजे ने अपनी धी विआउण दे नाल नाल खिमा जाचना भी कीती कि मैनू किसी चुगल ने शक पा दिता सी, जिस करके तुहाडे पुत्र नूं इशनान करवाउण दी खेचल दित्ती। यह साडी कोई कुल दी रीत नहीं सी। यह मैं अपनी तसल्ली लई कीता। तुसीं मैनू माफ़ कर देना कि किसी दे कहण ते मैं तुहाडे उपर शक कीता। पुत्र राजे ने कहा कि चुगली नहीं, यह वार्ता सच्ची सी, पर यह सब कुछ जगत श्री गुरु नानक देव जी की किरपा नाल 16 साल शहजादी रह के ते एक छिन विच ही श्री गुरु नानक देव जी ने इस नूं शहजादा बना दिता। यह गुरु अते गुरु जी की संगत की किरपा नाल ऐसा होया है। फिर वह राजा भी परिवार समेत गुरु जी का सिख हो गया। उस परमेश्वर का धन्नवाद करन लगे जो इस्त्री तो पुरख अते पुरख तो इस्त्री बना दिंदा है। प्यारी साध संगत जी, यह पावन शब्द श्री गुरु ग्रंथ साहिब जी दे पावन अंग 1252 उपर सुशोभित है, जो कि इस प्रकार है। राजा श्रम मित नहीं जानी तेरी, तेरे संतन की हौं चेरी। हे उच्चे महल वाले प्रभु, मैथों तेरी कुदरत का अंत नहीं पै सकता। तेरे संत ही तेरे गुणों का जिक्र करते हैं, सो मैं तेरे संतां दी ही दासी बनी रहा। एहो मेरी तांग है। हसतो जाए सो रोवत आवै, रोवत जाए सो हसै। जे कोई हसदा जांदा है वह रोंदा आउंदा है, अते जे कोई रोंदा जांदा है वह हसदा आउंदा है। बस तो होए, होए सो उजर, उजर होए सो बसै। जो कदे वसदा नगर हुंदा है वह उजड़ जांदा है, ते उजड़िया होया थां वस पैंदा है। जल ते थल कर, थल ते कूआं, कूप ते मेर करावै। धरती ते आकाश चढ़ावै, चढ़े आकाश गिरावै। परमात्मा की खेड़ आश्चर्य है। पानी नाल भरे थावां तो बरेता कर दिंदा है, बरेते तो खूह बना दिंदा है, अते खूह दे थां तो पहाड़ कर दिंदा है। जमीन उत्ते पए नूं आसमान उत्ते चाढ़ दिंदा है, आसमान उत्ते चढ़े नूं हेठां डेग दिंदा है। पेखारी ते राज करावै, राजा ते पेखारी। खल मूर्ख ते पंडित करे बो, पंडित ते मुगधारी। मंगते नूं राजा बना के उस तो राज करांदा है, राजे तो मंगता बना दिंदा है। महामूर्ख तो विद्वान बना दिंदा है, अते पंडित तो मूर्ख कर दिंदा है। नारी ते जो पुरख करावै,
पुरखन ते जो नारी, कहो कबीर साधु को प्रीतम, तिस मूरत बलिहारी। जो प्रभु इस्त्री तो आदमी बना दिंदा है ਅਤੇ ਮਰਦਾਂ ਤੋਂ ਇਸਤਰੀ ਨੂੰ ਬਣਾ ਦਿੰਦਾ ਹੈ, ਕਬੀਰ ਜੀ ਆਖਦੇ ਹਨ, ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।